ਸਤਿਕਾਰਯੋਗ ਮਾਨਯੋਗ ਗੁਰੂ ਰੂਪ ਸਤਿਗੁਰੂ ਜੀ ਦੇ ਪਿਆਰਿਓ, ਝੂਠ ਤੇ ਸੱਚ ਦਾ ਵਿਵਾਦ ਧਾਰਮਿਕ ਨਾਵਲ। ਅੱਜ 21 ਦਸੰਬਰ 2021 ਪੰਜਵੀਂ ਕਿਸ਼ਤ ਸਰਵਨ ਕਰੋ। ਪ੍ਰੈਸ ਰਿਪੋਰਟਰ ਸੱਚ ਦੀ ਪਤਨੀ ਕੀਰਤੀ ਤੋਂ ਪੁੱਛਦੇ ਹਨ, ਪੁਲਿਸ ਪਾਰਟੀ ਕਦੋਂ ਆਈ? ਸੱਚ ਦੀ ਪਤਨੀ ਕੀਰਤੀ ਕਹਿ ਰਹੀ ਹੈ ਕਿ ਕਰੀਬ 3:30 ਵਜੇ ਤੜਕੇ ਬੈਲ ਵੱਜੀ। ਅਸੀਂ ਸੋਚਿਆ ਇਸ ਵਕਤ ਕੌਣ ਹੋਵੇਗਾ। ਉਹਨਾਂ ਕਿਹਾ, ਮੈਂ ਉੱਠ ਕੇ ਗੇਟ ਖੋਲ੍ਹਦਾ ਹਾਂ। ਮੈਂ ਕਿਹਾ, ਖਬਰੇ ਕੌਣ ਹੋਵੇਗਾ, ਤੁਸੀਂ ਨਾ ਜਾਓ, ਮੈਂ ਖੋਲ੍ਹਦੀ ਹਾਂ। ਬਸ ਗੇਟ ਖੁੱਲ੍ਹਦੇ ਸਾਰ ਹੀ ਫੁਰਨ ਫੁਰਨ ਕਰਦੇ ਪੁਲਿਸ ਵਾਲੇ ਅੰਦਰ ਆਣ ਵੜੇ। ਸਿੱਧੇ ਬੈਡਰੂਮ 'ਚ ਗਏ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਤੁਰੇ। ਪ੍ਰੈਸ ਰਿਪੋਰਟਰ, ਤੁਸੀਂ ਪੁੱਛਿਆ ਨਹੀਂ ਵੀ ਕੀ ਮਾਮਲਾ ਹੈ? ਕੀਰਤੀ, ਪੁੱਛਿਆ ਸੀ ਤੇ ਇਤਨਾ ਹੀ ਦੱਸਿਆ ਕਿ ਉੱਪਰੋਂ ਹਦਾਇਤਾਂ ਹੈ ਕਿ ਸੱਚ ਅਤੇ ਸੱਚ ਦੇ ਸਮਰਥਕਾਂ ਨੂੰ ਨਜ਼ਰਬੰਦ ਕਰੋ। ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਧਾਰਮਿਕ ਸੰਸਥਾ ਦੀ ਚੋਣ ਹੈ। ਸਰਕਾਰ ਨੂੰ ਖਦਸ਼ਾ ਹੈ ਕਿ ਸੱਚ ਦੀ ਪਾਰਟੀ ਵਿਰੋਧੀ ਧਿਰ ਨੂੰ ਵੋਟ ਨਾ ਪਾ ਦੇਵੇ। ਇੰਸਪੈਕਟਰ ਕਹਿੰਦੇ ਸਨ ਕਿ ਸ਼ਾਇਦ ਸਰਕਾਰ ਨੂੰ ਇਹ ਵੀ ਖਦਸ਼ਾ ਹੋਵੇ ਕਿ ਸੱਚ ਦੀ ਪਾਰਟੀ ਦੇ ਵਰਕਰ ਸ਼ਾਂਤੀ ਭੰਗ ਨਾ ਕਰ ਦੇਣ, ਤਦ ਹੀ ਨਜ਼ਰਬੰਦ ਕੀਤੀ ਹੈ। ਖਤਰੇ ਦੀ ਕੋਈ ਗੱਲ ਨਹੀਂ, ਵੋਟਾਂ ਤੋਂ ਬਾਅਦ ਛੱਡ ਦਿੱਤੇ ਜਾਣਗੇ। ਰਿਪੋਰਟਰਾਂ ਨੇ ਕਿਸੇ ਨੇ ਥੋੜ੍ਹਾ ਤੇ ਕਿਸੇ ਨੇ ਬਹੁਤਾ ਮਸਾਲਾ ਲਾਇਆ, ਕਿਸੇ ਨੇ ਮਸਾਲੇ ਤੋਂ ਬਗੈਰ ਹੀ ਛਾਪ ਦਿੱਤਾ। ਸਵੇਰ ਨੂੰ ਅਖਬਾਰਾਂ ਦੀਆਂ ਸੁਰਖੀਆਂ 'ਤੇ ਸੀ, ਸੱਚ ਦੀ ਪਾਰਟੀ ਦੇ ਬਹੁਤ ਸਾਰੇ ਮੁਖੀਏ ਅਣਦੱਸੀ ਥਾਂ 'ਤੇ ਨਜ਼ਰਬੰਦ। ਪੜ੍ਹੋ ਪੜ੍ਹੋ ਅੱਜ ਦਾ ਤਾਜ਼ਾ ਅਖਬਾਰ ਪੜ੍ਹੋ, ਪੜ੍ਹੋ ਪੜ੍ਹੋ ਅੱਜ ਦਾ ਤਾਜ਼ਾ ਅਖਬਾਰ ਪੜ੍ਹੋ। ਅਖਬਾਰਾਂ ਵੇਚਣ ਵਾਲਾ ਬਾਜ਼ਾਰਾਂ ਵਿੱਚ ਘੁੰਮਦਾ ਫਿਰਦਾ ਕਹਿ ਰਿਹਾ ਸੀ। ਜਿਉਂ ਹੀ ਮੁੱਖ ਸੁਰਖੀ ਉੱਤੇ ਮੁੱਖ ਸੁਰਖੀ ਪੜ੍ਹੀ, ਸੱਚ ਸਾਥੀਆਂ ਸਮੇਤ ਗ੍ਰਿਫਤਾਰ। ਝੂਠ ਤੇ ਕੂੜੇ ਦੀ ਹਿਰਦੇ ਦੀ ਆਵਾਜ਼ ਨੇ ਅੰਦਰੋਂ ਝੰਜੋੜਦੇ ਹੋਏ ਕਿਹਾ, ਕੀ ਮਿਲਿਆ? ਸੱਚ ਨਾਲ ਵੈਰ ਕਰਕੇ ਉਸ ਦੀ ਕੌਡੀ ਵੀ ਖਰਚ ਨਾ ਹੋਈ। ਤੁਸੀਂ ਲੱਖਾਂ ਰੁਪਏ ਪਾਰਟੀ 'ਤੇ ਖਰਚ ਦਿੱਤੇ। ਗਰੀਬਾਂ ਦਾ ਖੂਨ ਨਿਚੋੜ ਨਿਚੋੜ ਕੇ ਉਹ ਦੁੱਧ ਜਿਹਾ ਉੱਜਲ ਤੇ ਤੁਸੀਂ ਕਾਲਖ ਜਿਹੇ ਕਾਲੇ ਕੌਏ। ਉਹ ਨਿਰਮਲ ਨਿਰਵੈਰ ਤੇ ਤੁਸੀਂ ਕਈ ਕੋਟ ਕਿਰਪਨ ਕਠੋਰ, ਕਈ ਕੋਟ ਭਿੱਗ ਆਤਮ ਨਕੋਰ ਜਿਹੇ। ਉਹ ਦੇਸ਼ ਸੇਵਕ, ਸਮਾਜ ਸੇਵਕ, ਗਰੀਬਾਂ ਦਾ ਮਸੀਹਾ। ਤੁਸਾਂ ਸਿਰ ਗਰੀਬਾਂ ਨਾਲ ਧੱਕੇਸ਼ਾਹੀ ਦਾ ਦੋਸ਼, ਭਲਿਆਂ ਨਾਲ ਬਦਸਲੂਕੀ ਦਾ ਦੋਸ਼, ਔਰਤਾਂ ਦੇ ਪੱਤ ਲੁੱਟਣ ਦੇ ਦੋਸ਼, ਨੌਜਵਾਨ ਬੱਚੇ ਬੱਚੀਆਂ ਨਾਲ ਬਦਸਲੂਕੀ ਦੇ ਦੋਸ਼ ਅਤੇ ਤੁਸਾਂ 'ਤੇ ਬਦ ਚੱਲਣ ਦਾ ਦੋਸ਼, ਮਿੱਤਰ ਧਰੋਹੀ, ਦੇਸ਼ ਧਰੋਹੀ ਦੇ ਦੋਸ਼। ਗੁਰੂ ਜੀ ਕਹਿੰਦੇ ਹਨ ਕਿ ਵੈਰ ਕਰੇ ਨਿਰਵੈਰ ਨਾਲ ਧਰਮ ਨਿਆਏ ਪਚੰਦੇ, ਤਥਾ ਨਿਰਵੈਰ ਨਾਲ ਜੋ ਵੈਰ ਰਚਾਏ ਸਭ ਪਾਪ ਜਗਤੇ ਦਾ ਤਿਨ ਸਿਰ ਲਿਆ। ਜੇ ਜੱਗ 'ਤੇ ਆਇਆ ਹੈ ਤਾਂ ਸ਼ਰਮ ਕਰ, ਕੁਝ ਭਲਾ ਖੱਟ ਲਾ ਜੱਗ 'ਤੇ, ਕੁਝ ਭਲਾ ਖੱਟ ਲਾ ਜੱਗ 'ਤੇ, ਨਹੀਂ ਤਾਂ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਤਲਬਾਂ ਪੌਸਣ ਆਖੀਆਂ ਬਾਕੀ ਜਿਨ੍ਹਾਂ ਰਹੀ। ਦੇਖ ਤੁਹਾਡੇ ਵਰਗਿਆਂ ਦੇ ਪ੍ਰਥਾਏ ਗੁਰੂ ਜੀ ਕਹਿੰਦੇ ਹਨ, ਲੈ ਫਾਹੇ ਰਾਤੀਂ ਤੁਰੇ ਪ੍ਰਭ ਜਾਣੇ ਪ੍ਰਾਣੀ।
ਤੱਕੇ ਨਾਰ ਪਰਾਈਆਂ ਲੁਕ ਅੰਦਰ ਠਾਣੀ। ਸੰਨੀ ਦੇਣ ਵਖੰਮ ਥਾਏ ਮਿੱਠਾ ਮਦ ਮਾਣੀ। ਕਰਮੀ ਆਪੋ ਆਪਣੀ ਆਪੇ ਪਛਤਾਣੀ। ਅਜਰਾਈਲ ਫਰੇਸ਼ਤਾ ਤਿਲ ਪੀੜੇ ਕਹਾਣੀ। ਇਹ ਸੁਣ ਕੇ ਹਿਰਦੇ ਦੀ ਅੰਦਰਲੀ ਆਵਾਜ਼ ਸੁਣ ਕੇ ਝੂਠ ਤੇ ਕੂੜਾ ਘਬਰਾਏ। ਸਾਥੀਆਂ ਨੇ ਤਦ ਤੱਕ ਤਾੜੀਆਂ ਮਾਰਦਿਆਂ ਕਿਹਾ, ਫੜਾ ਦਿੱਤਾ, ਫੜਾ ਦਿੱਤਾ। ਹਿਰਦੇ ਦੀ ਆਵਾਜ਼ ਅਣਸੁਣੀ ਕਰਕੇ ਸਾਥੀਆਂ ਦੀ ਆਵਾਜ਼ ਵਿੱਚ ਝੂਠ ਤੇ ਕੂੜੇ ਦੀ ਵੀ ਆਵਾਜ਼ ਗੂੰਜੀ, ਫੜਾ ਦਿੱਤਾ, ਫੜਾ ਦਿੱਤਾ। ਹੁਣ ਨਹੀਂ ਛੱਡਣਾ, ਹੁਣ ਨਹੀਂ ਛੱਡਣਾ। ਇੱਕ ਨੇ ਕਿਹਾ, ਉੱਥੇ ਕੁੱਟ ਬੜੀ ਪੈਂਦੀ ਹੈ। ਇੱਕ ਨੇ ਕਿਹਾ, ਉੱਥੇ ਅਕਲ ਆ ਜਾਂਦੀ ਹੈ। ਇੱਕ ਨੇ ਕਿਹਾ, ਅਕਲ ਆਉਂਦੀ ਨਹੀਂ, ਅਕਲ ਦਿੱਤੀ ਜਾਂਦੀ ਹੈ। ਇੱਕ ਨੇ ਕਿਹਾ, ਰੋਗੀ ਹੋ ਜਾਂਦਾ ਹੈ ਇਨਸਾਨ ਜੇਲ੍ਹਾਂ ਵਿੱਚ। ਇੱਕ ਨੇ ਕਿਹਾ, ਚੰਗਾ ਹੋਇਆ ਸਾਡਾ ਦੁਸ਼ਮਣ ਇਹਨਾਂ ਹਾਲਤਾਂ ਵਿੱਚ ਹੋ ਜਾਊ ਤਾਂ ਇਸ ਤੋਂ ਚੰਗੀ ਹੋਰ ਕੀ ਗੱਲ ਹੋਵੇਗੀ। ਤੇ ਵਿੱਚੋਂ ਹੀ ਕਿਸੇ ਮਨ ਚਲੇ ਨੇ ਵਿਅੰਗਤਾ ਵਿੱਚ ਕਵਿਤਾ ਹੀ ਘੜ ਮਾਰੀ। ਕਵਿਤਾ, ਨਮੂਨੀਆ ਤੇ ਖੰਘ ਹੋਵੇ, ਪੀਲੀਆ ਬਰੰਗ ਹੋਵੇ, ਸਿਰ ਪੈਰੋਂ ਨੰਗ ਹੋਵੇ, ਏਦੂ ਚੰਗਾ ਹੋਰ ਕੀ। ਨਾਰ ਜੇ ਲੜਾਕੀ ਹੋਵੇ, ਪਿੰਡੇ ਤੇ ਛਪਾਕੀ ਹੋਵੇ, ਮਨ ਰਹਿੰਦਾ ਆਕੀ ਹੋਵੇ, ਏਦੂ ਚੰਗਾ ਹੋਰ ਕੀ। ਲੱਗੀ ਹੱਥ ਕੜੀ ਹੋਵੇ, ਪੈਰੀਂ ਬੇੜੀ ਪੜੀ ਹੋਵੇ, ਜਿੰਦ ਸੂਲੀ ਚੜੀ ਹੋਵੇ, ਏਦੂ ਚੰਗਾ ਹੋਰ ਕੀ। ਅਕਲਦਾਨ ਵਰਦਾ ਹੋਵੇ, ਥੱਲੇ ਪਿਆ ਮਰਦਾ ਹੋਵੇ, ਸ਼ੌਂਕੀ ਜੋਸ਼ ਚੜ੍ਹਦਾ ਹੋਵੇ, ਏਦੂ ਚੰਗਾ ਹੋਰ ਕੀ। ਅਕਲਦਾਨ ਵਰਦਾ ਹੋਵੇ, ਥੱਲੇ ਪਿਆ ਮਰਦਾ ਹੋਵੇ, ਮਾਰਨ ਵਾਲੇ ਦਾ ਦੂਣਾ ਜੋਸ਼ ਚੜ੍ਹਦਾ ਹੋਵੇ, ਏਦੂ ਚੰਗਾ ਹੋਰ ਕੀ। ਅਖਬਾਰਾਂ ਦੀਆਂ ਸੁਰਖੀਆਂ 'ਤੇ ਇਹ ਵੀ ਸੀ ਕਿ ਮੌਜੂਦਾ ਸਰਕਾਰ ਨੇ ਸੱਚ ਦੀ ਪਾਰਟੀ ਨੂੰ ਗ੍ਰਿਫਤਾਰ ਕਰਕੇ ਵਡਿਆਈ ਨਹੀਂ ਸਗੋਂ ਨਮੋਸ਼ੀ ਖੱਟੀ ਹੈ। ਅਤੇ ਬਹੁਤ ਸਾਰੀਆਂ ਪਾਰਟੀਆਂ ਦਾ ਇਹ ਵੀ ਬਿਆਨ ਸੀ ਕਿ ਮੌਜੂਦਾ ਸਰਕਾਰ ਦੀ ਗਲਤੀ ਹੈ। ਸੱਚ ਦੀ ਪਾਰਟੀ ਦੇ ਜੋ ਮੁਖੀਏ ਗਰਮ ਦਲੀਏ ਸੀ, ਉਹਨਾਂ ਦਾ ਬਿਆਨ ਇਹ ਵੀ ਸੀ ਕਿ ਸੱਚ ਨੂੰ ਸਾਥੀਆਂ ਸਮੇਤ ਫਲਾਣੀ ਤਰੀਕ ਤੱਕ ਰਿਹਾ ਨਾ ਕੀਤਾ ਗਿਆ ਤਾਂ ਗ੍ਰਿਫਤਾਰੀਆਂ ਦਿੰਦੇ ਹੋਏ ਜੇਲ੍ਹਾਂ ਭਰੋ ਅੰਦੋਲਨ ਸ਼ੁਰੂ ਕਰਾਂਗੇ। ਇਸੇ ਪਾਰਟੀ ਦਾ ਜੋ ਦੂਸਰੇ ਜ਼ਿਲ੍ਹੇ ਦਾ ਪ੍ਰਧਾਨ ਸੀ, ਉਸ ਨੇ ਬਹੁਤ ਦੁਖਤ ਹਿਰਦੇ ਨਾਲ ਗਰਮਜੋਸ਼ੀ ਦੀ ਤੈਸ਼ ਵਿੱਚ ਬਿਆਨ ਦਿੱਤਾ ਸੀ ਕਿ ਜਦੋਂ ਕੋਈ ਵੀ ਦੇਸ਼ 'ਤੇ ਭਾਰੀ ਆਉਂਦੀ ਹੈ ਤਾਂ ਅਸੀਂ ਉਸ ਭਾਰੀ ਵਿਪਤਾ ਨੂੰ ਟਾਲਣ ਵਾਸਤੇ ਮੋਹਰਲੀ ਕਤਾਰ ਵਿੱਚ ਹੁੰਦੇ ਹਾਂ। ਫਿਰ ਵੀ ਸਾਡੇ ਨਾਲ ਇਹ ਮਤੇਰਾਂ ਵਾਲਾ ਸਲੂਕ ਹੋ ਰਿਹਾ ਹੈ ਜੋ ਨਹੀਂ ਹੋਣਾ ਚਾਹੀਦਾ। ਅਸੀਂ ਮੌਜੂਦਾ ਸਰਕਾਰ ਨੂੰ ਜਲਦ ਹੀ ਇਸ 'ਤੇ ਗੌਰ ਕਰਨ ਲਈ ਕਹਾਂਗੇ, ਨਹੀਂ ਤਾਂ ਇਸ ਦੇ ਨਤੀਜੇ ਅਸੀਂ ਮੌਜੂਦਾ ਸਰਕਾਰ ਨੂੰ ਕਹਿੰਦੇ ਹਾਂ ਕਿ ਇਸ 'ਤੇ ਗੌਰ ਕਰੋ, ਨਹੀਂ ਤਾਂ ਇਸ ਦੇ ਨਤੀਜੇ ਮਾੜੇ ਨਿਕਲ ਸਕਦੇ ਹਨ। ਮਾੜੇ ਨਤੀਜਿਆਂ ਦੀ ਜ਼ਿੰਮੇਵਾਰ ਸਰਕਾਰ ਖੁਦ ਹੋਵੇਗੀ। ਹੋਰ ਜ਼ਿਲ੍ਹਾ ਪ੍ਰਧਾਨ ਦਾ ਬਿਆਨ ਸੁਣੋ। ਦੁਨੀਆਦਾਰੋ, ਦੇਖੋ ਦੁਨੀਆਦਾਰੋ, ਅਸੀਂ ਸੱਚੇ ਹਾਂ ਤਾਂ ਹੀ ਸਾਡੀ ਪਾਰਟੀ ਦਾ ਨਾਮ ਸੱਚ ਹੈ। ਸੰਨ 1947 ਵਾਲੀ ਵੰਡ ਵਿੱਚ ਸਾਡੀ ਪਾਰਟੀ ਨਾਲ ਧੱਕਾ ਹੋਇਆ। ਸੱਚਿਆਂ ਨੂੰ ਹੀ ਕਤਲ ਕੀਤਾ ਗਿਆ, ਸੱਚਿਆਂ ਮਾੜਿਆਂ ਨੂੰ ਹੀ ਲੁੱਟਿਆ ਲਤਾੜਿਆ ਗਿਆ। ਇੱਧਰੋਂ ਉੱਧਰ, ਉੱਧਰੋਂ ਇੱਧਰ ਇਹ ਘਲੂਘਾਰਾ ਸਾਡੇ ਨਾਲ ਹੀ ਹੋਇਆ। ਸਾਡੀ ਪਾਰਟੀ ਸੱਚ ਵਿੱਚ ਜੋ ਆਵੇ ਸੋ ਸੱਚਾ ਹੈ। ਇਸ ਪਾਰਟੀ ਵਿੱਚ ਜਾਤ ਪਾਤ, ਊਚ ਨੀਚ, ਮਜ਼ਹਬ ਧਰਮ ਦਾ ਕੋਈ ਵਿਤਕਰਾ ਨਹੀਂ। ਕਬੀਰ ਪੂੰਗਰਾ ਰਾਮ ਅੱਲ੍ਹੇ ਕਾ ਸਭ ਗੁਰ ਪੀਰ ਹਮਾਰੇ, ਗੁਰਬਾਣੀ ਦਾ ਕਥਨ ਹੈ। ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਮੁਸਲਮਾਨ ਹੈ ਤੇ ਭਾਵੇਂ ਕੋਈ ਈਸਾਈ ਹੈ, ਜੇ ਸੱਚਾ ਹੈ, ਜੋ ਸੱਚਾ ਹੈ ਉਹ ਸਾਡਾ ਹੈ ਅਤੇ ਜੋ ਸਾਡਾ ਹੈ
ਸੋ ਸੋ ਸਾਡੀ ਪਾਰਟੀ ਸੱਚ ਦੀ ਪਾਰਟੀ ਹੈ। ਗੁਰੂ ਜੀ ਕਹਿੰਦੇ ਹਨ, ਸੱਚ 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 ਸਭ ਕੀਨਾ, ਕੋਟ ਮੱਧੇ ਕਿਨੇ ਵਿਰਲੇ ਚੀਨਾ। ਸੱਚ ਦੀ ਪਾਰਟੀ ਦੇ ਉਪ ਪ੍ਰਧਾਨ ਦਾ ਬਿਆਨ ਅਖਬਾਰ ਦੀ ਸੁਰਖੀ 'ਤੇ ਇੰਜ ਛਪਿਆ, ਸੱਚ ਇੱਕ ਪੰਥ ਹੈ, ਇਸ ਦਾ ਦੂਸਰਾ ਨਾਮ ਸੱਚ ਦਾ ਸੱਚਾ ਮਾਰਗ ਹੈ। ਗੁਰੂ ਜੀ ਕਹਿੰਦੇ ਨੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੱਚ ਇੱਕ ਸਾਡਾ ਦੁਨੀਆ ਦਾ ਬਣਾਇਆ ਹੋਇਆ ਸੱਚ ਨਹੀਂ, ਇਸ ਨੂੰ ਰੱਬ ਨੇ ਆਪ ਬਣਾਇਆ ਹੈ, ਆਪ ਘੜਿਆ ਹੈ। ਦੂਸਰੇ ਰੂਪ ਵਿੱਚ ਸੱਚ ਇੱਕ ਜੋਤ ਹੈ ਤੇ ਇਹ ਜੋਤ ਜੋਤੀ ਸਰੂਪ ਪਰਮਾਤਮਾ ਦੇ ਵਿੱਚੋਂ ਨਿਕਲੀ ਹੈ। ਗੁਰੂ ਜੀ ਕਹਿੰਦੇ ਨੇ, ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤੀ ਸਰੂਪ ਪਰਮਾਤਮਾ ਦੀ ਜੋਤ ਵਿੱਚੋਂ ਉਤਪੰਨ ਹੋਈ ਹੈ ਇਹ ਸੱਚ ਦੀ ਜੋਤ। ਸੰਸਾਰੀ ਲੋਕਾਂ ਨੂੰ ਚਾਨਣ ਲੋ ਕਰਕੇ ਸਹੀ ਰਸਤਾ ਦਿਖਾਲਦੀ ਹੈ ਇਹ ਸੱਚ ਦੀ ਜੋਤ, ਅਤੇ ਜਗਿਆਸੂ ਲੋਕ ਇਸ ਦੇ ਆਸਰੇ ਜੀ ਰਹੇ ਹਨ। ਇਹੋ ਹੀ ਜਗਿਆਸੂਆਂ ਦਾ ਚਾਨਣ ਮਨਾਰਾ ਹੈ। ਜਦੋਂ ਅਤ ਜ਼ੁਲਮ ਹੋਣ ਲੱਗ ਜਾਂਦੇ ਹਨ ਤੇ ਕੂੜ ਦਾ ਪ੍ਰਸਾਰ ਹੋ ਜਾਂਦਾ ਹੈ, ਗੁਰੂ ਜੀ ਦੇ ਕਥਨ ਅਨੁਸਾਰ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਏ ਘਾਓ, ਰਤ ਪਿਤ ਕੁੱਤ ਹੋ ਚੱਟ ਜਾਓ। ਤੇ ਉਦੋਂ ਇਹ ਜੋਤ ਮੱਧਮ ਤਾਂ ਹੋ ਜਾਂਦੀ ਹੈ, ਭਾਵੇਂ ਬਹੁਤ ਹੀ ਮੱਧਮ ਹੋ ਜਾਵੇ, ਪਰ ਬੁਝਦੀ ਨਹੀਂ। ਉਦੋਂ ਪਰਮਾਤਮਾ ਇਸ ਜੋਤ ਨੂੰ ਪ੍ਰਚੰਡ ਕਰਨ ਵਾਸਤੇ ਆਪ ਆਉਂਦਾ ਹੈ। ਇੱਥੇ ਬਸ ਨਹੀਂ, ਸੰਤ ਭਗਤ ਰਿਖੀ ਮੁਨੀ ਪੀਰ ਪੈਗੰਬਰ ਇਸ ਜੋਤ ਦੀ ਰੱਖਿਆ ਵਾਸਤੇ ਆਉਂਦੇ ਹਨ। ਇਸ ਨੂੰ ਪ੍ਰਚੰਡ ਕਰਕੇ ਫਿਰ ਉੱਥੇ ਚਲੇ ਜਾਂਦੇ ਹਨ ਜਿੱਥੋਂ ਆਉਂਦੇ ਹਨ। ਤਦੇ ਤਾਂ ਗੁਰੂ ਜੀ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਇਸ ਜੋਤ ਨੂੰ ਬਹੁਤ ਹੀ ਭਿਆਨਕ ਝੌਂਕੇ ਲੱਗੇ, ਹਨੇਰੀਆਂ ਤੇ ਝੱਖੜ ਝੁੱਲੇ, ਤਦ ਪੀਰ ਮੀਆਂ ਮੀਰ ਜੀ ਨੇ ਹਾਂ ਦਾ ਨਾਰਾ ਮਾਰਿਆ, ਪਰ ਜੋਤ ਅਟੱਲ ਰਹੀ। ਭਾਵ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਲੋਹਾਂ 'ਤੇ ਬਿਠਾਇਆ ਗਿਆ, ਪਰ ਜੋਤ ਅਡੋਲ ਰਹੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਬਸਦਾ ਕੋਊ ਖੋਦੇ, ਕੋਊ ਚੰਦਨ ਲੇਪ। ਸੱਚ ਹੈ ਤਾਂ ਹੀ ਤਾਂ ਗੁਰੂ ਜੀ ਕਹਿੰਦੇ ਨੇ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। 4-5 ਦਿਨ ਇਸ ਤਰ੍ਹਾਂ ਅਖਬਾਰਾਂ ਵਿੱਚ ਲੇਖ ਛਪਦੇ ਰਹੇ। ਅਖੀਰੀ ਉਹਨਾਂ ਨੇ ਸੱਚ ਨੂੰ ਰਿਹਾ ਕਰ ਦਿੱਤਾ। ਸੱਚ ਸਹੀ ਸਲਾਮਤ ਆਪਣੇ ਸਾਥੀਆਂ ਸਮੇਤ ਆਪਣੇ ਆਪਣੇ ਘਰਾਂ ਵਿੱਚ ਪਹੁੰਚ ਗਏ। ਸਾਰੇ ਇਲਾਕੇ ਦੇ ਲੋਕ ਅਤੇ ਪਾਰਟੀ ਦੇ ਲੋਕ ਆਣ ਕੇ ਸਭ ਨੂੰ ਵਧਾਈਆਂ ਦੇਣ ਲੱਗੇ। ਇਹ ਹੈ ਇਤਿਹਾਸਕ ਸੱਚ। ਤਾਂ ਸੱਚਾ ਪਾਤਸ਼ਾਹ ਗੱਦੀ 'ਤੇ ਬਿਰਾਜਮਾਨ ਹੋਏ, ਭਾਵ ਪੰਚਮ ਪਾਤਸ਼ਾਹ ਤੋਂ ਬਾਅਦ ਸੱਚੇ ਪਾਤਸ਼ਾਹ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ 'ਤੇ ਬਿਰਾਜਮਾਨ ਹੋਏ। ਭਾਈ ਗੁਰਦਾਸ ਜੀ ਇਸ ਦੇ ਪ੍ਰਥਾਏ ਕਹਿੰਦੇ ਨੇ ਕਿ 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਇਹ 2 ਕਿਸ਼ਤਾਂ ਵਿੱਚ ਬੰਦੀ ਛੋੜ ਦਿਵਸ ਦੇ ਨਾਂ 'ਤੇ 3, 4
ਨਵੰਬਰ 2021 ਨੂੰ ਪਾ ਦਿੱਤੀਆਂ ਹਨ। ਲੜੀ ਜੋੜਨ ਲਈ ਇਹਨਾਂ 2 ਕਿਸ਼ਤਾਂ ਨੂੰ ਸੁਣੋ ਤੇ ਫਿਰ ਭੜਪੂੰਜੇ ਦੇ ਕੜਛੇ ਨਾਲ ਚੰਦੂ ਚੰਦਰਾ ਸਰੀਰ ਕਰਕੇ ਤਾਂ ਮਰ ਗਿਆ ਸੀ, ਪਰ ਵਾਸ਼ਨਾ ਨਹੀਂ ਮਰੀਆਂ ਸੀ। ਵਾਸ਼ਨਾ ਕਾਰਨ ਚੰਦੂ ਚੰਦਰੇ ਨੇ ਰਾਜਾ ਦੀਪ ਚੰਦ ਦੇ ਘਰ ਸ਼ਹਿਰ ਬਿਲਾਸਪੁਰ ਰਿਆਸਤ ਕਹਿਲੂਰ 'ਚ ਇਹੋ ਹੀ ਦੀਪ ਚੰਦ ਜੋ ਬੰਦੀ ਛੋੜ 52 ਰਾਜਿਆਂ ਵਿੱਚੋਂ ਇੱਕ ਰਾਜਾ ਸੀ, ਇਸ ਦੇ ਘਰ ਜਿੰਨਾ ਚਿਰ ਇਹ ਖੁਦ ਜਿਉਂਦਾ ਰਿਹਾ ਓਨਾ ਚਿਰ ਤਾਂ ਦੀਪ ਚੰਦ ਗੁਰੂ ਘਰ ਦਾ ਸ਼ਰਧਾਲੂ ਰਿਹਾ। ਪਰ ਜਦੋਂ ਇਸ ਦਾ ਪੁੱਤਰ ਜਵਾਨ ਹੋ ਕੇ ਆਪਣੀ ਰਾਜਗੱਦੀ 'ਤੇ ਬੈਠਾ ਤਾਂ ਇਸ ਦੇ ਘਰ ਭੀਮਾ ਅਵਤਾਰ ਦੇ ਰੂਪ ਵਿੱਚ ਦੀਪ ਚੰਦ ਨੇ ਜਨਮ ਲਿਆ ਤਾਂ ਉਹ ਰਾਜਗੱਦੀ 'ਤੇ ਬੈਠਾ ਤੇ ਗੁਰੂ ਦਾ ਵਿਰੋਧੀ ਬਣ ਗਿਆ ਅਤੇ ਇਹ ਭੀਮਾ ਅਵਤਾਰ ਅਤੇ ਸ੍ਰੀ ਕ੍ਰਿਸ਼ਨ ਜੀ ਦੇ ਮਾਮੇ ਕੰਸ ਨੇ ਜਹਾਂਗੀਰ ਦੇ ਪੁੱਤਰ ਸ਼ਾਹਜਹਾਨ ਦੇ ਘਰ ਕੰਸਾ ਅਵਤਾਰ ਔਰੰਗਜ਼ੇਬ ਨੇ ਜਨਮ ਲਿਆ। ਦੋਨਾਂ ਨੇ ਗੁਰੂ ਘਰ ਨਾਲ ਕੀ ਉਪੱਦਰ ਕੀਤੇ ਅੱਗੇ ਸੁਣੋ। ਕੰਸਾ ਅਵਤਾਰ ਤੇ ਭੀਮਾ ਅਵਤਾਰ। ਇਹ ਕੰਸਾ ਅਵਤਾਰ ਤੇ ਭੀਮਾ ਅਵਤਾਰ ਦਾਸ ਦੀ ਲੇਖਕ ਦੀ ਕਲਪਨਾ ਦੇ ਅਨੁਸਾਰ ਬਣਾਏ ਗਏ ਨੇ, ਪਰ ਇਹ ਦਾਸ ਨੇ ਆਪਣੀ ਕਲਪਨਾ ਨਾਲ ਨਾਂ ਦਿੱਤੇ ਹਨ, ਪਰ ਜੋ ਇਤਿਹਾਸ ਵਿੱਚ ਹੈ ਉਹ ਔਰੰਗਜ਼ੇਬ ਅਤੇ ਭੀਮ ਚੰਦ ਹੈ। ਬਾਕੀ ਅਗਲੀ ਕਿਸ਼ਤ ਵਿੱਚ 5ਵੀਂ ਇਹ ਕਿਸ਼ਤ ਹੈ। 2 ਬੰਦੀ ਛੋੜ ਦੇ ਨਾਂ 'ਤੇ ਕੁੱਲ 7 ਹੋਈਆਂ ਤੇ ਅਗਲੀ ਕਿਸ਼ਤ 8ਵੀਂ ਕਿਸ਼ਤ ਹੋਵੇਗੀ। ਇੱਥੇ ਹੀ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।